ਸੁਪਨੇ ਦੇ ਵਿੱਚ ਵੀ ਭੱਜਿਆ ਹੀ ਫਿਰੂਗਾ ਵੀ ਮੇਰੇ ਮਗਰ ਉਹ ਪੈ ਗਿਆ ਹੋਏ, ਮੈਨੂੰ ਉਹਨੇ ਫੜ ਲੈਣਾ ਸੀ, ਹੋਏ ਮੈਨੂੰ ਮਾਰ ਦੇਣਾ ਸੀ। ਕਈ ਤਾਂ ਸੁਪਨੇ ਦੇ ਵਿੱਚ ਡਰ ਕੇ ਉੱਠ ਕੇ ਭੱਜ ਲੈਂਦੇ ਨੇ, ਕਈ ਸੁਪਨੇ ਦੇ ਪਾਗਲ ਹੋ ਜਾਂਦੇ ਨੇ। ਸੁਪਨੇ 'ਚ ਹੀ ਸੁਪਨਾ ਹੀ ਇਹੋ ਜਿਹਾ ਆਉਂਦਾ ਤੜਕੇ ਨੂੰ ਦਿਮਾਗ ਹਿੱਲਿਆ ਹੋਊਗਾ ਬੰਦੇ ਦਾ, ਸਾਰੀ ਉਮਰ ਮੁੜ ਕੇ ਗਲੀਆਂ 'ਚ ਫਿਰਦਾ ਰਹਿੰਦਾ। ਸੁਪਨੇ ਦਾ ਪਾਗਲ ਕੀਤਾ ਹੋਇਆ ਬੰਦਾ, ਕਿਸੇ ਨੂੰ ਨਹੀਂ ਭੇਦ ਇਸ ਗੱਲ ਦਾ। ਡਾਕਟਰਾਂ ਕੋਲੇ ਜਾਓਗੇ ਦਵਾਈਆਂ ਦੇ ਦੇਣਗੇ, ਨੀਂਦ ਵਾਲੀਆਂ ਗੋਲੀਆਂ ਦੇ ਦੇਣਗੇ, ਹੋਰ ਇਹੋ ਜਿਹਾ ਕੁਛ ਕਰੀ ਜਾਣਗੇ। ਪਰ ਸੁਪਨੇ ਦੇ ਪਾਗਲ ਕੀਤੇ ਹੋਏ ਲੋਕ ਸਾਰੀ ਉਮਰ ਗਲੀਆਂ 'ਚ ਰੁਲ ਕੇ ਮਰ ਗਏ। ਸੁਪਨੇ ਦਾ ਆਇਆ ਸੁਪਨਾ ਸੀ ਸਿਰ ਤੇ। ਸੁਪਨੇ ਦੇ ਵਿੱਚ ਬੰਦਾ ਮਰ ਜਾਂਦਾ, ਮਰ ਵਧੀਆ ਪਿਆ ਹੱਸਦਾ ਖੇਡਦਾ, ਰਾਤ ਨੂੰ ਸੁਪਨਾ ਹੀ ਇਹੋ ਜਿਹਾ ਆਇਆ, ਡਰ ਕੇ ਹੀ ਮਰ ਗਿਆ। ਐਸੀ ਚੀਜ਼ ਮਹਾਰਾਜ ਕਹਿੰਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਉਸ ਬੰਦੇ ਨੂੰ ਜਿਹੜਾ ਪਰਮਾਤਮਾ ਦੀ ਬੰਦਗੀ ਤੋਂ ਦੂਰ ਹੈ, ਜਿਹੜਾ ਇਹ ਤੋਂ ਪਰੇ ਹੈ ਨਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਉਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ। ਵਿਚਾਰ ਕਰਦੇ ਸੀ ਜੇ ਆਪਾਂ ਜੁੜੇ ਰਹਿਣਾ ਪਰਮਾਤਮਾ ਦੇ ਨਾਲ, ਜਿਵੇਂ ਫਸਲ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ, ਪਾਣੀ ਤੋਂ ਬਿਨਾਂ ਫਸਲ ਮੱਚ ਜਾਂਦੀ ਹੈ, ਸੜ ਜਾਂਦੀ ਹੈ। ਇਸੇ ਤਰ੍ਹਾਂ ਇਹ ਜਿਹੜਾ ਜੀਵਨ ਹੈ ਨਾ, ਇਹ ਵੀ ਨਾਮ ਤੋਂ ਬਿਨਾਂ, ਭਾਵੇਂ ਸਾਡੇ ਕੋਲੇ ਸਾਰਾ ਕੁਝ ਹੋਵੇ, ਗਹਿਣੇ ਗੱਟੇ ਕੱਪੜੇ ਪੈਸਾ ਕੋਠੀਆਂ ਕਾਰਾਂ ਸਭ ਕੁਝ ਹੁੰਦਿਆਂ ਵੀ ਨਾ, ਅਗਰ ਪਰਮਾਤਮਾ ਦੀ ਬੰਦਗੀ ਨਹੀਂ ਹੈ, ਪ੍ਰਭੂ ਨਾਲ ਪਿਆਰ ਨਹੀਂ ਹੈ, ਤਾਂ ਇਹ ਜੀਵਨ ਵੀ ਜਿਹੜਾ ਸੜ ਬਲ ਜਾਂਦਾ ਹੈ। ਗੁਰੂ ਜੀ ਕਹਿੰਦੇ ਨੇ ਹਰ ਬਿਨ ਜੀਓ, ਜਿਹੜਾ ਜੀ ਹੈ ਨਾ ਅੰਦਰ ਮਨ, ਹਰ ਬਿਨ ਜੀਓ ਜਲ ਬਲ ਜਾ, ਮੱਚ ਸਾੜੀ ਜਾਂਦਾ। ਜਿਵੇਂ ਭੱਠੀ 'ਚ ਦਾਣੇ ਭੁੱਜਦੇ ਹੁੰਦੇ ਆ ਨਾ, ਆਹ ਹਾਲਤ ਬਣ ਜਾਂਦੀ ਹੈ। ਤੁਸੀਂ ਦੇਖਿਆ ਨਹੀਂ ਕਿੱਡੇ ਅਮੀਰ ਲੋਕ, ਜਿਹੜੇ ਆਪਾਂ ਤਾਂ ਕਹਿੰਦੇ ਆ ਵੀ ਮੇਰੇ ਕੋਲੇ ਕਿਹੜਾ ਪੈਸੇ ਬਹੁਤ ਆ ਜਾਣ ਫਿਰ ਦੇਖੋ, ਐਵੇਂ ਲੱਗਦਾ ਪੈਸਿਆਂ ਵਿੱਚ ਵੀ ਲੜਾਈਆਂ ਝਗੜੇ ਹੀ ਹੈ, ਦੁੱਖ ਹੀ ਨੇ ਇਹਦੇ ਵਿੱਚ ਵੀ। ਬੜਿਆਂ ਕੋਲੇ ਪੈਸਾ ਆਇਆ, ਬਿਲਕੁਲ ਜਿਵੇਂ ਨਾਮਵਰ ਜਿਹੜੇ ਲੋਕ ਹੋਏ ਨਾ, ਨਾਮਵਰ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ 1 ਨੰਬਰ ਤੇ ਸੀ ਦੁਨੀਆ ਦੇ ਵਿੱਚ ਪੈਸੇ ਤੇ, ਆ ਜੀ 5ਵੇਂ ਨੰਬਰ ਤੇ ਹੈ, ਆ ਜੀ 8ਵੇਂ ਨੰਬਰ ਤੇ ਹੈ। ਐਡੇ ਅਮੀਰ ਲੋਕਾਂ ਨੇ ਵੀ ਆਪਦੇ ਗੋਲੀਆਂ ਮਾਰ ਕੇ, ਕਿਸੇ ਨੇ ਕਿਵੇਂ ਆਤਮ ਹੱਤਿਆ ਕੀਤੀ। ਆਤਮ ਹੱਤਿਆ ਹੁਣ ਦੁਖੀ ਬੰਦਾ ਹੀ ਕਰਦਾ, ਸੁਖੀ ਤਾਂ ਕਰਦਾ ਨਹੀਂ। ਆਤਮ ਹੱਤਿਆ ਕੌਣ ਕਰੂਗਾ? ਜਿਹੜਾ ਸੰਸਾਰ ਦੇ ਹਰ ਪੱਖ ਤੋਂ ਦੁਖੀ ਹੋ ਜੇ ਤੇ ਉਹਦਾ ਜਿਉਣ ਨੂੰ ਚਿੱਤ ਨਾ ਕਰੇ ਕਿ ਮੈਂ ਨਹੀਂ ਜਿਉਣਾ ਚਾਹੁੰਦਾ। ਬਸ ਇਹ ਭੁਲੇਖਾ ਹੈ ਇੱਕ ਸਾਨੂੰ ਵੀ ਪਤਾ ਨਹੀਂ ਗਰੀਬ ਬੰਦੇ ਬਹੁਤੇ ਦੁਖੀ ਹੋਣਗੇ, ਅਮੀਰ ਵਾਲੇ ਸੁਖੀ ਹੋਣਗੇ। ਇਹ ਹਰ ਇੱਕ ਨੂੰ ਹੀ ਭੁਲੇਖਾ ਹੈ ਵੀ ਜੇ ਮੇਰੇ ਕੋਲੇ ਬਹੁਤ ਸਭ ਕੁਝ ਆ ਜੇ ਤੇ ਪਤਾ ਨਹੀਂ ਮੈਂ ਕਿੰਨਾ ਕੁ ਸੁਖੀ ਹੋ ਜਾਊਗਾ। ਏਦਾਂ ਨਹੀਂ ਹੈ। ਸੁਖੀ ਤਾਂ ਪਿਆਰਿਓ ਨਾਨਕ ਦੁਖੀਆ ਸਭ ਸੰਸਾਰ, ਸੋ ਸੁਖੀਆ ਜਿਸ ਨਾਮ ਆਧਾਰ। ਜਿਹਨੇ ਨਾਮ ਨੂੰ ਆਸਰਾ ਮੰਨ ਲਿਆ ਨਾ, ਕਬੀਰ ਮੇਰਾ ਮੁਝ ਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗਾ ਮੇਰਾ। ਉਹ ਜਿਹੜਾ ਹੈਗਾ ਉਹ ਸੁਖੀ ਸ਼ਾਂਤ ਹੋ ਜਾਏਗਾ। ਤੇ ਬਾਕੀ ਤਾਂ ਸਭ ਚੀਕਾਂ ਹੀ ਮਾਰ, ਬਾਕੀ ਤਾਂ ਦੁਖੀ ਨੇ। ਕੋਈ ਤਨ ਦੁਖੀ, ਕੋਈ ਕਹਿੰਦਾ ਮੇਰੇ ਸਰੀਰ ਨੂੰ ਬੜੀ ਤਕਲੀਫ ਹੈ, ਬਥੇਰੇ ਨੇ ਬਹੁਤ ਦੁਖੀ ਆ ਜੀ ਸਰੀਰ ਪੱਖੋਂ, ਮੰਜੇ ਤੇ ਪਏ ਆ, ਉੱਠਿਆ ਹੀ ਨਹੀਂ ਜਾਂਦਾ, ਆ ਨਹੀਂ ਹੁੰਦਾ, ਇੱਥੋਂ ਦਵਾਈਆਂ ਹੀ ਨਹੀਂ ਖੜਾ ਛੱਡਦੀਆਂ, ਆ ਨਹੀਂ ਹੁੰਦਾ। ਤਨ ਦੁਖੀ, ਕੋਈ ਮਨ ਦੁਖੀ, ਕਈਆਂ ਦਾ ਸਰੀਰ ਠੀਕ ਹੈ, ਮਨ ਇੰਨਾ ਦੁਖੀ ਹੈ ਕਹਿੰਦਾ ਮੇਰਾ ਤਾਂ ਕੁਝ ਖਾ ਕੇ ਮਰ ਜਾਣ ਨੂੰ ਜੀ ਕਰਦਾ, ਇੰਨਾ ਦੁਖੀ ਹੈ। ਕੋਈ ਚਿੰਤਾ ਚਿੱਤ ਉਦਾਸ, ਕਿਸੇ ਨੂੰ ਚਿੰਤਾ ਬੜਬੜ ਖਾਈ ਜਾਂਦੀਆਂ, ਆਹ ਕਿਵੇਂ ਕਰਾਂਗੇ, ਉਹ ਕਿਵੇਂ ਕਰਾਂਗੇ, ਆਹ ਕਿਵੇਂ ਕਰਾਂਗੇ। ਹੋਣਾ ਕਰਨਾ ਕੁਛ ਨਹੀਂ, ਇੱਥੇ ਦਾ ਇੱਥੇ ਹੀ ਪਿਆ। ਆ ਜਿਹੜੇ 4 ਸਾਹ ਨੇ ਇਹ ਇੱਧਰ ਲੰਘ ਜਾਣਗੇ। ਕੋਈ ਚਿੰਤਾ ਚਿੱਤ ਉਦਾਸ, ਥੋੜੇ ਬਹੁਤੇ ਸਭ ਦੁਖੀ। ਸੁਖੀ ਜਿਹੜੇ ਜਿਨ੍ਹਾਂ ਨੇ ਨਾਮ ਨੂੰ ਆਧਾਰ ਬਣਾ ਲਿਆ, ਸਾਚਾ ਨਾਮ ਮੇਰਾ ਆਧਾਰ ਹੋ।
ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ, ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਜਿਨ੍ਹਾਂ ਨੇ ਨਾਮ ਨੂੰ ਆਧਾਰ ਬਣਾ ਲਿਆ, ਗੁਰੂ ਨੂੰ ਆਧਾਰ ਬਣਾ ਲਿਆ, ਉਹ ਹਮੇਸ਼ਾ ਕੇ लिए ਸੁਖ ਹੋ ਜਾਂਦੇ, ਸੁਖੀ ਹੋ ਜਾਂਦੇ। ਜੇ ਸੁਖ ਕੋ ਚਾਹੈ ਸਦਾ, ਸਰਨ ਰਾਮ ਕੀ ਲੇਹ। ਜਿਹੜੇ ਪਰਮਾਤਮਾ ਦਾ ਆਸਰਾ, ਵੈਸੇ ਆਸਰਾ ਉਹ ਤੱਕਦਾ ਜਿਹੜਾ ਮਨ ਦੁਨੀਆ ਛੱਡ ਜੇ। ਇਹ ਸੌਖੀ ਗੱਲ ਨਹੀਂ ਕੋਈ ਵੀ ਨਾਮ ਦਾ ਆਸਰਾ ਲੈ ਲੂ। ਨਾਮ ਦਾ ਆਸਰਾ ਉਦੋਂ ਤੱਕਦਾ ਜਦੋਂ ਸਾਰੀ ਦੁਨੀਆ ਨੂੰ ਮਨ ਛੱਡ ਜਾਂਦਾ। ਨਾਮ ਇਹਦੇ ਪਰਲੇ ਪਾਸੇ ਆ ਸੰਸਾਰ ਦੇ, ਇਹਨੂੰ ਪਾਰ ਬ੍ਰਹਮ ਕਹਿੰਦੇ ਨੇ। ਪਾਰ ਬ੍ਰਹਮ ਦੀ ਓਟ ਉਦੋਂ ਤੱਕਦਾ ਜਦੋਂ ਦੁਨੀਆ ਤੋਂ ਉੱਪਰ ਉੱਠ ਖੜੂਗਾ। ਹੁਣ ਤਾਂ ਕਿਸੇ ਨੂੰ ਮਾਇਆ ਦਾ ਆਸਰਾ ਹੈ, ਕਿਸੇ ਨੂੰ ਘਰ ਦਾ ਆਸਰਾ ਹੈ ਵੀ ਘਰ ਹੈਗਾ ਚੱਲ, ਕਿਸੇ ਨੂੰ ਪੈਸਿਆਂ ਦਾ ਆਸਰਾ ਹੈ, ਕਿਸੇ ਨੂੰ ਜ਼ਮੀਨ ਜਾਇਦਾਦ ਦਾ ਆਸਰਾ ਹੈ, ਕਿਸੇ ਨੂੰ ਨੌਕਰੀਆਂ ਚਾਕਰੀਆਂ ਦਾ, ਕਿਸੇ ਨੂੰ ਲੀਡਰਾਂ ਦਾ ਆਸਰਾ ਹੈ ਵੀ ਕੋਈ ਗੱਲ ਨਹੀਂ, ਜੇ ਮਾੜੀ ਮੋਟੀ ਕਿਤੇ ਇੱਧਰ ਉੱਧਰ ਹੋਈ ਤੇ ਆਪਾਂ ਕਰ ਦਿਆਂਗੇ, ਫੋਨ ਹੈਗੇ ਨੇ। ਤੇ ਕਿਸੇ ਨੂੰ ਦੁਨੀਆ ਦਾ ਨਹੀਂ, ਹਮਰੋ ਕਰਤਾ ਰਾਮ ਸਨੇਹੀ। ਕਿਸੇ ਨੂੰ ਕੇਵਲ ਤੇ ਕੇਵਲ ਪਰਮਾਤਮਾ ਤੇ ਹੀ ਭਰੋਸਾ ਹੈ ਵੀ ਉਹ ਹੈਗਾ, ਸਾਰਿਆਂ 'ਚ ਉਹੀ ਵਸਦਾ। ਸਭ ਥਾਈਂ ਆਓ ਤੂੰ ਸਭਨੀ ਥਾਈਂ, ਜਿੱਥੈ ਹੋ ਜਾਈ ਸੱਚਾ ਸਿਰਜਣਹਾਰ ਜੀਓ। ਕਰਮ ਵਿਧਾਤਾ ਸਭਨਾ ਕਾ ਦਾਤਾ, ਦੁਖ ਵਿਸਾਰਨਹਾਰ ਜੀਓ। ਦੁਖ ਵਿਸਾਰਨਹਾਰ ਸੁਆਮੀ, ਕੀਤਾ ਜਾ ਕਾ ਹੋਵੈ। ਕੋਟ ਕਟੰਤਰ ਪਾਪਾਂ ਕੇਰੇ, ਇਹ ਘੜੀ ਮੈਂ ਖੋਵੈ। ਹੰਸ ਸੇ ਹੰਸਾ ਬੱਗ ਸੇ ਬੱਗਾ, ਘਟ ਘਟ ਕਰੇ ਵਿਚਾਰ ਜੀਓ। ਤੂੰ ਸਭਨੀ ਥਾਈਂ ਜਿੱਥਾਂ ਹੋ ਜਾਈ ਸੱਚਾ ਸਿਰਜਣਹਾਰ ਜੀ। ਤੋ ਇਸ ਕਰਕੇ ਇੱਕ ਪਰਮਾਤਮਾ ਦੇ ਭਰੋਸੇ ਤੇ ਹੁੰਦੇ। ਸੋ ਵਿਚਾਰ ਕਰਦੇ ਸੀਗੇ ਆਪਾਂ ਤਾਂ ਕਿ ਇਹ ਜੀਵਨ ਨੂੰ ਜੇ ਜੁੜਿਆ ਰੱਖਣਾ ਹੈ ਤੇ ਉਹਦੇ ਵਾਸਤੇ ਭਾਈ ਸਤਸੰਗ ਦੀ ਬਹੁਤ ਜ਼ਰੂਰਤ ਹੈ। ਸਤਸੰਗ ਹੈ ਜਿਹੜੀ ਇਹਨੂੰ ਡਿੱਗਦੇ ਨੂੰ ਬਚਾ ਲੈਂਦੀ ਹੈ, ਇਹਨੂੰ ਸੁੱਕਦੇ ਨੂੰ ਹਰਾ ਭਰਾ ਰੱਖਦੀ ਹੈ। ਮਨ ਸੁੱਕ ਜਾਂਦਾ, ਸੁੱਕ ਜਾਂਦਾ ਇਹ ਸੁੱਕਾ ਸੁੱਕੇ ਹਰੇ ਕੀਏ ਖਿਨ ਮਾਹੇ। ਜਨਮਾਂ ਜਨਮਾਂ ਦਾ ਸੁੱਕਿਆ ਪਿਆ ਸੀ ਤੇ ਜਦੋਂ ਮੈਨੂੰ ਸਤਸੰਗ ਮਿਲੀ ਨਾ, ਪ੍ਰਭੂ ਦੀ ਬਾਣੀ ਮਿਲੀ ਨਾ, ਕੰਨਾਂ 'ਚ ਇਹ ਆਵਾਜ਼ ਹੈ, ਇੱਕ ਕੰਨਾਂ 'ਚ ਆਵਾਜ਼ ਪੈਂਦੀ। ਅਸੀਂ ਕੰਨਾਂ 'ਚ ਉਹ ਆਵਾਜ਼ ਪਾਉਣੇ ਆ ਜਿਹੜੀ ਸਾਡਾ ਅੰਦਰ ਭੁਚਾਲ ਲਿਆ ਦੇ, ਉਹ ਪਾਉਣੇ ਅਸੀਂ ਕੰਨਾਂ 'ਚ ਆਵਾਜ਼, ਅੰਦਰ ਹਿਲਾ ਕੇ ਰੱਖ ਦਿੰਦੀ ਹੈ। ਨੀਂਦ ਨਹੀਂ ਆਉਂਦੀ, ਚੈਨ ਨਹੀਂ ਆਉਂਦੀ ਸੁਣ ਕੇ, ਚਿੰਤਾ ਲੱਗ ਜਾਂਦੀ ਹੈ ਸੁਣ ਕੇ, ਦੁਖੀ ਹੋ ਜਾਂਦਾ ਸੁਣ ਕੇ। ਉਹ ਚੀਜ਼ਾਂ ਕੰਨਾਂ 'ਚ ਪਾਉਂਦਾ ਹੈ ਜਿਹਦੇ ਨਾਲ ਅੰਦਰ ਹਿੱਲ ਜੇ ਸਾਰਾ। ਇੱਕ ਤਾਂ ਟਿਕਦਾ ਨਾ ਅੰਦਰ, ਟਿਕਦਾ ਇੱਕ ਤਾਂ ਸੁਣ ਕੇ, ਇੱਕ ਤਾਂ ਅੰਮ੍ਰਿਤ ਬਚਨ ਨੇ ਜਿਹੜੇ ਰੱਬ ਦੇ ਬੋਲ ਨੇ, ਪਰਮਾਤਮਾ ਦੇ ਸੱਚਖੰਡ ਦੇ ਬੋਲ ਨੇ। ਇਹ ਜਿਹੜੀ ਬਾਣੀ ਹੈ ਇਹ ਨਿਰੰਕਾਰ ਬੋਲਦਾ ਹੈ, ਆਪ ਪਰਮੇਸ਼ਰ। ਜਿਹੜੀ ਬਾਣੀ ਹੈ ਜਿਹੜੀ ਇਹ ਕੰਨਾਂ 'ਚ ਪੈਂਦੀ ਹੈ ਤੇ ਸ਼ਾਂਤੀ ਬਖਸ਼ਦੀ ਹੈ, ਇਹ ਪਾਪਾਂ ਨੂੰ ਧੋਂਦੀ ਹੈ। ਜਿਵੇਂ ਆਪਾਂ ਸਾਬਣ ਕੱਪੜੇ 'ਚੋਂ ਮੈਲ ਕੱਢ ਦਿੰਦੀ ਹੈ, ਇਹ ਸਾਬਣ ਵਿੱਚ ਗੁਣ ਹੈ ਕਿ ਉਹਨੂੰ ਤੁਸੀਂ ਲਾਓ ਕੱਪੜੇ ਉੱਤੇ, ਉਹ ਜਿੰਨੀ ਕੱਪੜੇ ਦੇ ਅੰਦਰ ਬਦਬੂ ਹੋਊਗੀ, ਮੈਲ ਹੋਊਗੀ, ਉਹਨੂੰ ਬਿਲਕੁਲ ਸਾਰੇ ਨੂੰ ਬਾਹਰ ਕੱਢ ਦਿਓ। ਇਹ ਗੁਣ ਹੈ। बड़े बड़े पापा नू बाणी कटदी, कौन को कलंक रहियो राम नाम लेत ही। जिवें तेजाब हुंदा ना, तेजाब आपां कई वारी कोई घर दे विच अशैंकी तुसीं धोण लग जाओ, साबण ला लो नहीं साफ हुंदा, सर्फ ले लो नहीं पूरा साफ हुंदा, आपां कहने तेजाब दी बोतल लिया, जदों ओह पाउणे ओह वड्ड के ही लै जांदा सब कुछ। आ फर्शां दे उत्ते आ देखदे आ तेजाब, ਜਿਹੜਾ ਨੂੰ ਸਾਬਣ ਸੋਡਾ ਨਹੀਂ ਕੰਮ ਕਰਦਾ, ਜਿੱਥੇ ਉੱਥੇ ਤੇਜ਼ਾਬ ਹੈ ਜਿਹੜਾ ਉਹ ਪੱਟ ਕੇ ਰੱਖ ਦਿੰਦਾ ਮੈਲ ਨੂੰ। ਇਸੇ ਤਰ੍ਹਾਂ ਬਾਣੀ ਹੈ ਜਿਹੜੀ, ਬਾਣੀ ਵਿੱਚ ਇੰਨੀ ਸ਼ਕਤੀ ਹੈ, ਇੰਨੀ ਤਾਕਤ ਹੈ, ਪਰ ਇਸ ਨੂੰ ਸੁਣਨ ਵਾਲਾ ਹੋਣਾ, ਸੁਣਨ ਵਾਲਾ
ਸੁਣੇ ਪੂਰੇ ਪ੍ਰੇਮ ਨਾਲ। ਮਹਾਰਾਜ ਕਹਿੰਦੇ ਗਾ ਵੀ ਹੈ ਸੁਣੀਐ। ਇਹ ਉਪਰੇ ਜੇ ਮਨ ਨਾਲ ਨਹੀਂ ਹੈਗਾ ਵੀ ਧਿਆਨ ਇੱਧਰ ਤੁਰਿਆ ਫਿਰਦਾ, ਮਨ ਕਿਤੇ ਹੋਰ ਤੁਰਿਆ ਫਿਰਦਾ। ਹਾਂ ਜੀ ਮੈਂ ਬਾਣੀ ਸੁਣ ਕੇ ਆਇਆ। ਮਹਾਰਾਜ ਕਹਿੰਦੇ ਤੈਂ ਨਹੀਂ ਸੁਣੀ ਨਾ। ਸਰੀਰ ਬੈਠਾ ਸੀ ਉੱਥੇ, ਜਿਹਨੇ ਸੁਣਨੀ ਸੀ ਉਹ ਤਾਂ ਖੇਤਾਂ ਦੀਆਂ ਵੱਟਾਂ ਟੱਪਿਆ ਫਿਰਦਾ ਸੀ। ਸੁਣਨਾ ਜਿਹੜਾ ਨਾ ਉਹ ਪੂਰਾ ਅੰਦਰ, ਜਿਵੇਂ ਆਪਾਂ ਘੁੱਟ ਭਰ ਕੇ ਅੰਦਰ ਲੰਘਾ ਲੈਂਦੇ ਆ, ਫਿਰ ਪਿਆਸ ਮਿਟਦੀ ਹੈ। ਜੇ ਸੁਣ ਕੇ ਇਹਨੂੰ ਮੰਨਣ ਵਿੱਚ ਲਿਆਵੇ ਵੀ ਮੈਂ ਸੁਣ ਲਿਆ ਨਾ ਜਿਹੜੀ ਗੱਲ, ਇਹ ਬਿਲਕੁਲ ਲੋਹੇ ਤੇ ਲੀਕ ਆ, ਇਹ ਗੁਰੂ ਦੇ ਬਚਨ, ਇਹਨੂੰ ਅੰਦਰ ਲੈ ਜੇ। ਗੁਰੂ ਬਚਨ ਜੋ ਪੂਰੇ ਕਹਿਓ, ਮੈਂ ਸ਼ੀਕ ਗਾਠਰੀ ਵਾਧਾ, ਉਹ ਤੇ ਨਿਹਚਾ ਕਰੇ। ਫਿਰ ਜਿਹੜਾ ਕੁਝ ਸੁਣਿਆ ਇਹਨੂੰ ਪਰੇ ਬਹਿ ਕੇ ਇਕੱਲਾ ਬੈਠ ਕੇ ਉਹਨੂੰ ਪਕਾਵੇ ਅੰਦਰ ਵੀ ਮੈਂ ਆਹ ਗੱਲ ਸੁਣੀ ਸੀ, ਤੇ ਉਹਨੂੰ ਵਾਰੀ ਵਾਰੀ ਰਿਪੀਟ ਕਰੇ। ਇਹ ਨਹੀਂ ਵੀ ਇੱਧਰਲੇ ਕੰਨ ਚੋਂ ਸੁਣਿਆ ਤੇ ਦੂਜੇ ਪਾਸੇ ਕੱਢ ਦਿੱਤਾ, ਅੰਦਰ ਤਾਂ ਗਿਆ ਹੀ ਕੁਛ, ਅੰਦਰ ਤਾਂ ਖਾਲੀ ਰਹਿ ਗਿਆ। ਸੁਣਿਆ ਜ਼ਰੂਰ ਪਰ ਧੁਰ ਤੱਕ ਨਹੀਂ ਗਿਆ ਸੁਣਿਆ ਹੋਇਆ, ਮੰਨਣ ਵਿੱਚ ਨਹੀਂ ਆਇਆ, ਮੰਨਣ ਵਿੱਚ ਨਹੀਂ ਆਇਆ। ਉਹ ਕਹਿੰਦਾ ਠੀਕ ਹੈ ਚਲੋ ਹੋਣਾ ਹੋਣਾ, ਚਲੋ ਭਾਈ ਜਨਮ ਮਰਨ ਹੋਣੇ ਆ, ਹੋਣੀ ਆ 84 ਲੱਖ ਜੂਨ, ਦਿੰਦਾ ਹੋਣਾ ਗੁਰੂ ਮੁਕਤੀ, ਪਰ ਮੈਨੂੰ ਤਾਂ ਪਤਾ ਨਹੀਂ ਹੁੰਦੀ ਕੀ ਹੈ। ਕਾਸ ਨੂੰ ਮੁਕਤੀ ਕਹੀ ਜਾਂਦੇ ਆ, ਜਦੋਂ ਮਰ ਗਿਆ ਬੰਦਾ ਕੰਮ ਖਤਮ ਹੈ। ਅਜੇ ਤੂੰ ਫਿਰ ਪੂਰਾ ਨਹੀਂ ਸੁਣਿਆ, ਅਜੇ ਪੂਰੀ ਤਰ੍ਹਾਂ ਬਾਣੀ ਨੂੰ ਸਮਝਿਆ ਨਹੀਂ, ਜਾਣਿਆ ਨਹੀਂ, ਸਿੱਖਿਆ ਨਹੀਂ। ਜਦੋਂ ਸਾਰੇ ਕੁਛ ਨੂੰ ਅਸੀਂ ਬੜੇ ਪ੍ਰੇਮ ਦੇ ਨਾਲ ਸੁਣਾਂਗੇ, ਫਿਰ ਪੂਰਾ ਪੂਰਾ ਲਾਭ ਮਿਲਦਾ ਵੀ ਹਾਂ ਗੁਰੂ ਜੀ ਕਹਿੰਦੇ ਐ ਹਰ ਬਿਨ ਜੀਓ ਜਲ ਵੱਲ ਜਾਓ। ਇਸ ਮਨ ਨੂੰ ਲਾਉਣਾ ਹੈ। ਆਓ ਇਸ ਮਨ ਨੂੰ, ਬਾਣੀ ਹੈ ਜਿਹੜੀ ਬਾਣੀ, ਕੋਟ ਪੁੰਨ ਸੁਣ ਹਰ ਕੀ ਬਾਣੀ। ਜਦੋਂ ਬਾਣੀ ਸੁਣਦਾ ਤੇ ਉਦੋਂ ਫਿਰ ਇਹ ਹਰਿਆ ਭਰਿਆ ਹੁੰਦਾ। ਜਿਵੇਂ ਕਈ ਵਾਰੀ ਬੂਟੇ ਆ ਨਾ ਸੁੱਕੀ ਜਾਂਦੇ ਆ, ਸੁੱਕ ਜਾਂਦੇ ਆ, ਪੱਤੇ ਵੀ ਸੁੱਕ ਜਾਂਦੇ ਆ ਉਹਦੇ, ਤੇ ਸੁੱਕਿਆ ਪਿਆ ਹੁੰਦਾ ਦਰਖਤ, ਤੇ ਕਈ ਵਾਰੀ ਉਹਦੀਆਂ ਜੜ੍ਹਾਂ ਨੂੰ ਪਾਣੀ ਲੱਗ ਜੇ ਨਾ, ਉਹ ਸੁੱਕਿਆ ਹੋਇਆ ਵੀ ਜਦੋਂ ਦੇਖਦੇ ਆ 2-4 ਦਿਨਾਂ ਬਾਅਦ ਤੇ ਹਰੇ ਹਰੇ ਪੱਤੇ ਕੱਢੇ ਹੁੰਦੇ ਆ ਉਹਦੇ ਨਵੇਂ, ਕਿਉਂਕਿ ਉਹਨੂੰ ਪਾਣੀ ਲੱਗਦਾ। ਮੇਰਾ ਜਿਹੜਾ ਅੰਦਰ ਹੈ ਨਾ, ਅੰਦਰ ਧਿਆਨ ਦਿਓ, ਕਈ ਵਾਰੀ ਕਈ ਸਾਲ ਬੰਦੇ ਨੂੰ ਸਤਸੰਗ ਨਹੀਂ ਮਿਲਦਾ, ਮਹਾਂਪੁਰਖਾਂ ਦਾ ਕਿਸੇ ਦਾ ਮਿਲਾਪ ਨਹੀਂ ਹੁੰਦਾ, ਐਂ ਲੰਘ ਜਾਂਦਾ ਟਾਈਮ, ਕਈ ਸਾਲ ਲੰਘ ਜਾਂਦੇ ਆ। ਫੇਰ ਕਿਤੇ ਜਾ ਕੇ ਜਦੋਂ ਇਹ ਕੰਨ ਦੇ ਵਿੱਚ ਬਾਣੀ ਪੈਂਦੀ ਹੈ, ਤੇ ਬਾਣੀ ਜਿਹੜੀ ਹੈਗੀ ਆ ਫਿਰ ਇਹ ਅੰਦਰ ਤੱਕ ਜਾਂਦੀ ਹੈ। ਜਦੋਂ ਇਹ ਬਚਨ ਸੁਣਦਾ ਹੈ ਨਾ, ਤੇ ਫਿਰ ਇਹਦੇ ਹਿਰਦੇ ਨੂੰ ਨਾ ਸੁੱਕੇ ਨੂੰ, ਸੁੱਕਿਆ ਪਿਆ ਹੁੰਦਾ, ਜਿਵੇਂ ਕੋਈ ਖੁੰਡ ਸੁੱਕਾ ਪਿਆ ਹੁੰਦਾ ਨਾ, ਖੁੰਡ ਸੁੱਕਿਆ ਆਪਾਂ ਮਾਰ ਕੇ ਦੇਖਦੇ ਆਂ ਕਰਕੇ ਵੀ ਖੜਕਦਾ ਹੈ ਤਾਂ ਸੁੱਕਿਆ ਪਿਆ, ਬਿਲਕੁਲ ਅੰਦਰੋਂ ਇਹੋ ਜਿਹਾ ਹੁੰਦਾ ਬੰਦਾ ਸੁੱਕਿਆ ਪਿਆ। ਫੋਕੇ ਹਾਸੇ ਹੁੰਦੇ ਆ ਦੁਨੀਆ ਦੇ, ਫੋਕੇ, ਇਹਨਾਂ ਨੂੰ ਫੋਕਾ ਹਾਸੇ, ਕੋਈ ਬਹੁਤੀ ਖੁਸ਼ੀ ਨਹੀਂ। ਇਹ ਤਾਂ ਇੱਕ ਮਾੜਾ ਜਿਹਾ ਨੁਕਸਾਨ ਹੋ ਜੇ ਜਦੀ ਰੋਣ ਲੱਗ ਜਾਂਦਾ। ਇਹਦੀਆਂ ਖੁਸ਼ੀਆਂ ਡੂੰਘੀਆਂ ਨਹੀਂ ਹਨ, ਉਹ ਫੋਕੀਆਂ ਜੀਆਂ ਖੁਸ਼ੀਆਂ ਨੇ। ਐਵੇਂ ਜਿਹੜੀ ਅਸਲੀ ਖੁਸ਼ੀ ਹੈ ਨਾ, ਅਸਲੀ, ਉਹ ਤਾਂ ਗੁਰੂ ਕੋਲੋਂ ਹੀ ਮਿਲਦੀ ਹੈ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ, ਉਹ ਖੁਸ਼ੀਆਂ ਇਹੋ ਜਿਹੀਆਂ ਨੇ ਆਰਿਆਂ ਥੱਲੇ ਵੀ ਹੱਸਦੇ ਦੇਖੇ। ਉਹ ਖੁਸ਼ੀਆਂ ਤਾਂ, ਉਹ ਖੁਸ਼ੀਆਂ ਬਹੁਤ ਡੂੰਘੀਆਂ, ਸਾਨੂੰ ਤਾਂ ਸਮਝਣ ਵਿੱਚ ਵੀ ਉਹਦੇ ਬਹੁਤ ਅਜੇ ਅਭਿਆਸ ਕਰਨਾ ਪਏਗਾ ਵੀ ਇਹ ਕਿਹੋ ਜਿਹੀ ਖੁਸ਼ੀ ਹੈ ਜਿਹੜੀ ਤਤੀਆਂ ਤਵੀਆਂ ਤੇ ਵੀ ਹੱਸਦੇ ਹੀ ਨੇ, ਨੀਹਾਂ 'ਚ ਖੜੇ ਵੀ ਹੱਸਦੇ ਹੀ ਨੇ, ਜਕਾਰੇ ਛੱਡਦੇ ਨੇ, ਬੰਦ ਕਟਾਉਂਦੇ ਵੀ ਹੱਸਦੇ ਨੇ। ਇਹੋ ਜਿਹੀ ਕਿਹੜੀ ਖੁਸ਼ੀ ਹੈ ਮਰਨ ਲੱਗਿਆਂ ਵੀ ਖੁਸ਼ੀ ਹੋਵੇ? ਨਹੀਂ ਤਾਂ ਮਰਨ ਲੱਗਿਆਂ ਦੀ ਵੱਡੇ ਦੀ ਝਗਿਆੜ ਨਿਕਲ ਜਾਂਦੀ ਹੈ ਵੀ ਮਰ ਚੱਲੇ ਬਸ, ਪਰ ਇੱਥੇ ਮਰਨ ਲੱਗੇ ਵੀ ਹੱਸਦੇ ਨੇ। ਬਾਣੀ ਕਹਿੰਦੀ ਹੈ ਗੁਰਮੁਖ ਹੱਸਦਾ ਜਾਏ ਅੰਤ ਨਾ ਰੋਈਏ। ਕਿਹੋ ਜਿਹੀ ਖੁਸ਼ੀ ਦਿੱਤੀ। ਆਓ ਵਿਚਾਰ ਕਰਦੇ ਸੀ, ਜਦੋਂ ਕੰਨਾਂ ਦੇ ਵਿੱਚ ਬਾਣੀ ਪਈ ਨਾ, ਤੇ ਮੇਰੇ ਅੰਦਰੋਂ ਫਿਰ ਇੱਕ ਪ੍ਰੀਤ, ਪ੍ਰੇਮ, ਪਿਆਰ ਉੱਗਿਆ। ਆ ਮੀਂਹ ਪੈਂਦਾ ਨਾ, ਮੀਂਹ, ਧਰਤੀ ਸੁੱਕੀ ਪਈ ਹੁੰਦੀ ਹੈ, ਆਪਾਂ ਕਹਿੰਦੇ ਤਾਂ ਰੜਾ ਥਾਂ ਹੈ ਬਈ, ਇੱਥੇ ਤਾਂ ਕੁਛ ਨਹੀਂ ਹੈਗਾ। ਜੇਠ ਹਾੜ ਦੀਆਂ ਧੁੱਪਾਂ ਦਾ ਸਕਾਇਆ ਪਏ ਹੁੰਦੇ ਨੇ ਖੇਤ, ਰੜੇ ਮੈਦਾਨ ਪਏ ਹੁੰਦੇ ਨੇ, ਪਰ ਜਦੋਂ ਤਹਾਂ ਤੋਂ ਪਾਣੀ ਪੈਂਦਾ ਨਾ, ਪਾਣੀ, ਤੇ ਉਹ ਰੜੇ ਥਾਵਾਂ ਦੇ ਵਿੱਚ ਵੀ ਹਰਿਆਵਲ ਹਰੀ ਹੋਈ ਪਈ ਹੁੰਦੀ ਹੈ। ਦੇਖਦੇ ਆ
ਕੁਛ ਨਹੀਂ ਜਿੱਥੇ ਕੋਈ ਬੀਜਦਾ ਨਾ ਉੱਥੇ ਵੀ ਧਰਤੀ ਹਰੀ ਭਰੀ ਹੋਈ ਪਈ ਹੁੰਦੀ ਹੈ, ਕਿਉਂਕਿ ਇਹ ਮੀਂਹ ਵਰਸ ਗਿਆ। ਮੀਂਹ ਇਹ ਪਾਣੀ ਦਾ ਮੀਂਹ ਵਰਸੇ ਤੇ ਧਰਤੀ ਹਰੀ ਹੁੰਦੀ ਹੈ, ਤੇ ਜੇ ਕੰਨਾਂ ਦੇ ਵਿੱਚ ਬਾਣੀ ਪਵੇ ਤੇ ਉਹ ਸੁੱਕੀਆਂ ਹੋਈਆਂ ਰੂਹਾਂ ਹਰੀਆਂ ਹੋਈਆਂ ਹੁੰਦੀਆਂ। ਸੁੱਕੇ ਹਰੇ ਕੀਏ ਖਿਨ ਮਾਹੇ, ਮੇਰੇ ਗੁਰੂ ਨੇ ਕਿਰਪਾ ਕੀਤੀ, ਗੁਰ ਪ੍ਰਸਾਦ ਪਰਮ ਪਦ ਪਾਇਆ। ਬੜੀ ਉੱਚੀ ਗੱਲ ਕਹਿਤੀ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਮੈਂ ਸੁੱਕੀ ਲੱਕੜ ਵਰਗਾ ਸੀ ਤੇ ਮੇਰੇ ਗੁਰੂ ਨੇ ਮੈਨੂੰ ਆਪਣੇ ਪ੍ਰੇਮ ਦਾ ਪਾਣੀ ਪਾਇਆ, ਜਲ ਪਾਇਆ ਸਤ ਸੰਗ ਦੇ ਵਿੱਚ, ਤੇ ਮੇਰੇ ਕੰਨਾਂ ਦੇ ਵਿੱਚ ਅੰਦਰੋਂ ਮੇਰੇ ਇਹੋ ਜਿਹਾ ਪ੍ਰੇਮ ਜਾਗਿਆ ਕਿ ਜਿਹਦੀ ਕਿਰਪਾ ਦੇ ਨਾਲ ਮੈਂ ਪਰਮ ਪਦ ਨੂੰ ਪ੍ਰਾਪਤੀ ਕੀਤੀ। ਸੁੱਕੇ ਵੇ ਨੇ, ਸੁੱਕਿਆ ਪਿਆ ਸੀ ਬਿਲਕੁਲ, ਸੁੱਕੇ ਤੇ ਐਸੀ ਕਿਰਪਾ ਹੋ ਗਈ ਮੇਰੇ ਤੇ, ਮੇਲਾ ਹੋ ਗਿਆ ਸਾਧੂਆਂ ਦਾ। ਸੁੱਤੇ ਭਾਗ ਜਾਗ ਪਏ ਮੇਰੇ, ਸੁੱਤੇ ਭਾਗ ਜਾਗ ਪਏ। ਸੰਤ ਮਹਾਰਾਜ ਜੀ ਧਾਰਨਾ ਪੜ੍ਹਦੇ ਹੁੰਦੇ ਰਾੜਾ ਸਾਹਿਬ ਵਾਲੇ, ਸੁੱਤੇ ਭਾਗ ਜਾਗ ਪਏ ਮੇਰੇ, ਮੇਲਾ ਹੋ ਗਿਆ ਸਾਧੂਆਂ। ਮੈਂ ਸਾਧੂਆਂ ਦੇ ਕੋਲੋਂ ਅੰਮ੍ਰਿਤ ਬਾਣੀ ਸੁਣੀ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਹਰ ਹਰ ਨਾਮ ਨਿਤ ਰਸਨ ਵਖਾਣੀ, ਕਲੀ ਕਾਲ ਕੇ ਮਿਟੇ ਕਲੇਸਾ, ਏਕੋ ਨਾਮ ਮਨ ਮੈਂ ਪਰਵੇਸਾ। ਮੈਂ ਮਹਾਂਪੁਰਖਾਂ ਦੇ ਬਚਨ ਸੁਣੇ, ਉਹਨਾਂ ਬਚਨਾਂ ਦੇ ਨਾਲ ਮੇਰਾ ਅੰਦਰ ਜਿਹੜਾ ਸੁੱਕਿਆ ਪਿਆ ਸੀ ਨਾ ਉਹ ਹਰਾ ਹੋਇਆ ਹੈ, ਹਰਾ ਜਿਵੇਂ ਬੂਟੇ ਹਰੇ ਹੋਏ ਹੁੰਦੇ। ਆਓ ਵਿਚਾਰ ਕਰਦੇ ਸੀਗੇ, ਇਹਨਾਂ ਬੂਟਿਆਂ ਨੂੰ ਸੰਭਾਲਣ ਵਾਸਤੇ ਫਿਰ ਪਾਣੀ ਦੀ ਲੋੜ ਪੈਂਦੀ ਹੈ। ਪਾਣੀ ਦਾ ਜਲ ਮਿਲਦਾ ਰਹੇ ਨਾ, ਬਾਣੀ ਦਾ ਜਲ, ਤੇ ਫਿਰ ਇਹ ਹਰੇ ਭਰੇ ਰਹਿੰਦੇ, ਜੁੜੇ ਰਹਿੰਦੇ, ਜੁੜੇ ਰਹਿੰਦੇ। ਇਸ ਕਰਕੇ ਕਿਹਾ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਕਿੰਨੇ ਭਗਤ ਸੰਤ ਹੋਏ ਐ, ਉਹਨਾਂ ਨੂੰ ਇੱਕੋ ਵਚਨ ਕਿਹਾ ਜਾਂਦਾ, ਲੈ ਭਾਈ ਸਤ ਸੰਗ ਦੇ ਕਿਲੇ ਵਿੱਚ ਰਹੀਂ, ਸਤ ਸੰਗ ਦੇ ਕਿਲੇ ਵਿੱਚ ਰਹੀਂ, ਫੇਰ ਤੇਰੀ ਚੜ੍ਹਦੀ ਕਲਾ ਰਹੂਗੀ। ਫੇਰ ਕਿਉਂਕਿ ਸਤ ਸੰਗਤ ਐਸੀ, ਗੁਰੂ ਪਾਤਸ਼ਾਹ ਨੇ ਐਸਾ ਜਹਾਜ਼ ਦੇਤਾ ਸਾਨੂੰ, ਐਸੀ ਬਖਸ਼ਿਸ਼ ਕਰਤੀ ਧਰਤੀ ਤੇ ਉੱਤੇ, ਸੱਚਖੰਡ ਬਣਾਤਾ। ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ, ਇਹ ਧਰਤੀ ਤੇ ਬਣਿਆ ਹੋਇਆ ਸੱਚਖੰਡ ਹੈ ਜਿਹਨੂੰ ਸਤ ਸੰਗ ਕਹਿੰਦੇ। ਪਰ ਉੱਥੇ ਗੱਲ ਇੱਕ ਨਾਮ ਦੀ ਹੋਵੇ, ਪਰਮਾਤਮਾ ਦੀ ਹੋਵੇ, ਬਸ ਦੂਜੀ ਗੱਲ ਨਾ ਕੋਈ ਇੱਥੇ ਹੋਵੇ, ਦੂਜੀ ਗੱਲ ਨਾ ਹੋਵੇ, ਉਹਨੂੰ ਸਤਸੰਗ ਕਹਿੰਦੇ। ਤੇ ਸਤਸੰਗ ਸੁਣਨ ਵਾਲੇ ਵੀ ਕੈਸੇ ਹੋਣ, ਜਿਨ੍ਹਾਂ ਦੀ ਕੇਵਲ ਤੇ ਕੇਵਲ ਨਾਮ ਨਾਲ, ਪ੍ਰਭੂ ਨਾਲ, ਗੁਰੂ ਤੇ ਭਰੋਸਾ, ਯਕੀਨ, ਪਿਆਰ ਹੈ। ਬਸ ਉਹ ਸਤਸੰਗੀ ਹੁੰਦੇ ਨੇ, ਉਹ ਸਤ ਦੀ ਗੱਲ ਸੁਣਦੇ ਹੁੰਦੇ ਨੇ, ਉਹਨਾਂ ਨੂੰ ਸਤ ਨਾਲ ਪਿਆਰ ਹੈ। ਉਹ ਝੂਠੀਆਂ ਗੱਲਾਂ ਨਹੀਂ ਸੁਣਦੇ, ਇੱਧਰਲੀਆਂ ਉੱਧਰਲੀਆਂ ਗੱਲਾਂ ਨਾ ਇੱਥੇ ਕੀਤੀਆਂ ਜਾਂਦੀਆਂ ਨੇ। ਸਤਸੰਗ ਸਾਨੂੰ ਐਸਾ ਕਲਯੁਗ ਦੇ ਵਿੱਚ ਦਿੱਤਾ ਹੈ, ਮਹਾਰਾਜ ਕਹਿੰਦੇ ਸਤਸੰਗ ਦੇ ਵਿੱਚੋਂ ਸਭ ਕੁਝ ਮਿਲੂਗਾ, ਸਭ ਕੁਝ ਮਿਲੂਗਾ। ਇੱਥੇ ਕਿਹੜੀ ਵਸਤੂ ਹੈ ਜਿੱਥੇ ਪ੍ਰਭੂ ਦੀ ਉਸਤਤ ਹੁੰਦੀ ਹੋਵੇ ਤੇ ਉੱਥੋਂ ਨਾ ਮਿਲੇ? ਇਹ ਹੋ ਹੀ ਨਹੀਂ ਸਕਦਾ। ਇੱਥੇ ਨਾ ਰੋਗ ਟੁੱਟਣ, ਪਰ ਸ਼ਰਤ ਇਹ ਹੈ ਕਿ ਗੱਲ ਕਿ ਹੋਰ ਕੋਈ ਸਵਾਰਥ ਨਾ ਹੋਵੇ, ਕੇਵਲ ਤੇ ਕੇਵਲ ਪ੍ਰਮਾਤਮਾ ਦੇ ਗੁਣ ਗਾਏ ਜਾਂਦੇ। ਬਸ ਉੱਥੇ ਹੋਰ ਨਾ ਕੋਈ ਦੂਜੀ ਗੱਲ ਹੋਵੇ। ਰੱਬੀ ਬਾਤਾਂ ਹੁਣ ਪ੍ਰਭੂ ਨੂੰ ਪਿਆਰ ਕਰਨ ਵਾਲੇ, ਜੈ ਕੀਰਤਨ ਤੇਰਾ ਸਾਧੂ ਗਾਵੇ, ਤਹਿ ਮੇਰਾ ਮਨ ਦਾ। ਕੋਈ ਲਾਲਚ ਨਾ ਹੋਵੇ ਕਿਸੇ ਤਾਈ, ਕੇਵਲ ਤੇ ਕੇਵਲ ਲਾਲਚ ਹੋਵੇ ਤੇ ਪ੍ਰਭੂ ਦਾ ਹੋਵੇ ਕਿ ਅਸੀਂ ਕਿੰਨਾ ਸਤਸੰਗ ਕਰਨਾ ਹੈ, ਕੈਸੇ ਬਚਨ ਸੁਣਨੇ ਨੇ, ਕਿੰਨਾ ਅੰਦਰ ਪਿਆਰ ਬਣਿਆ, ਆਹੀ ਲਾਲਚ ਹੋਵੇ ਬਸ। ਤੇ ਉੱਥੇ ਫਿਰ ਮਹਾਰਾਜ ਕਹਿੰਦੇ ਅਗੰਮੀ ਸ਼ਕਤੀਆਂ ਵਰਤਦੀਆਂ ਨੇ ਉਹ ਸਤਸੰਗ ਵਿੱਚ। ਭਾਵੇਂ ਇਕੱਠ ਥੋੜਾ ਹੈ, ਭਾਵੇਂ ਬਹੁਤ ਹੈ, ਇਹ ਨਹੀਂ ਹੈ ਗੱਲ, ਅਸੂਲ ਦੀ ਹੈ। ਇਕੱਠ ਦੀ ਗੱਲ ਨਹੀਂ ਕੀਤੀ ਵੀ ਜਿੱਥੇ ਬਹੁਤੇ ਬੰਦੇ ਇਕੱਠੇ ਹੋਣ, ਬਾਹਲਾ ਇਕੱਠ ਹੋਵੇ ਤੇ ਉੱਥੇ ਹੀ ਜਾਦੇ ਜਾ ਕੇ, ਨਹੀਂ, ਜਿੱਥੇ ਇਹ ਅਸੂਲ ਢੁੱਕ ਜਾਣਗੇ ਉੱਥੇ ਬਖਸ਼ਿਸ਼ਾਂ, ਅਗੰਮੀ ਸ਼ਕਤੀਆਂ ਵਰਤਣਗੀਆਂ। ਅਗੰਮੀ ਸ਼ਕਤੀ, ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਉੱਥੋਂ ਭਾਵਨਾ ਪੂਰੀਆਂ ਹੁੰਦੀਆਂ ਨੇ। ਸੰਤ ਮਹਾਰਾਜ ਜੀ ਰਤਵਾੜਾ ਸਾਹਿਬ ਵਾਲੇ ਬਚਨ ਕਰਦੇ ਹੁੰਦੇ, ਕਹਿੰਦੇ ਜਿੱਥੇ ਪਿਓਰ ਸਤਸੰਗ ਹੁੰਦਾ ਹੋਵੇ ਨਾ, ਤੇ ਉੱਥੇ ਫਲਾਂ ਦਾ ਕੋਈ ਘਾਟਾ ਨਹੀਂ, ਕੋਈ ਗਿਣਤੀ ਨਹੀਂ। ਇਹੋ ਜਿਹੀਆਂ ਸ਼ਕਤੀਆਂ ਉੱਥੇ ਫਲ ਵਰਤਾਉਂਦੀਆਂ ਨੇ। ਉਹ ਕਹਿੰਦੇ ਆ ਮੰਗਣ ਤਾਂ ਸਹੀ, ਇਹਨਾਂ ਚੋਂ ਕੀ ਮੰਗਦੇ ਨੇ ਜਿਨ੍ਹਾਂ ਨੇ ਪ੍ਰਭੂ ਦੇ ਗੁਣ ਗਾਉਣੇ, ਮੰਗਣ ਸਹੀ ਕੀ ਮੰਗਦੇ। ਸਾਰੇ ਦੇਵਤੇ, ਸਾਰੀਆਂ ਸ਼ਕਤੀਆਂ ਉਸ ਥਾਂ ਦੇ ਉੱਤੇ ਇਕੱਠੀਆਂ ਹੁੰਦੀਆਂ ਨੇ ਜਿੱਥੇ ਪ੍ਰਭੂ ਦਾ ਜਸ ਹੁੰਦਾ।
ਪਰਮਾਤਮਾ ਦਾ ਜਸ ਹੁੰਦਾ ਜਿੱਥੇ। ਤਾਂ ਹੀ ਤੇ ਕਹਿੰਦੇ ਆ ਨਾ, ਮਨਸਾ ਧਾਰ ਜੋ ਘਰ ਤੇ ਆਵੈ, ਸਾਧ ਸੰਗ ਜਨਮ ਮਰਨ ਮਿਟਾਵੈ। ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਇੱਛਾ ਸਭੇ ਹੋਣ ਪੂਰੀਆਂ ਤੇਰੀਆਂ, ਤੇਰੀਆਂ ਇੱਛਾ ਸਭੇ ਹੋਣ ਪੂਰੀਆਂ। ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਇੱਛਾ ਸਭੇ ਹੋਣ ਪੂਰੀਆਂ ਤੇਰੀਆਂ, ਤੇਰੀਆਂ ਇੱਛਾ ਸਭੇ ਹੋਣ ਪੂਰੀਆਂ। ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਇੱਛਾ ਸਭੇ ਹੋਣ ਪੂਰੀਆਂ ਤੇਰੀਆਂ, ਤੇਰੀਆਂ ਇੱਛਾ ਸਭੇ ਹੋਣ ਪੂਰੀਆਂ। ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਇੱਛਾ ਸਭੇ ਹੋਣ ਪੂਰੀਆਂ ਤੇਰੀਆਂ, ਤੇਰੀਆਂ ਇੱਛਾ ਸਭੇ ਹੋਣ ਪੂਰੀਆਂ। ਸ਼ਰਧਾ ਧਾਰ ਕੇ ਵਿੱਚ ਆ ਜਾ, ਸ਼ਰਧਾ ਧਾਰ ਕੇ ਸੰਗਤ ਵਿੱਚ ਆ ਜਾ। ਇੱਛਾ ਸਭੇ ਹੋਣ ਪੂਰੀਆਂ ਤੇਰੀਆਂ, ਤੇਰੀਆਂ ਇੱਛਾ ਸਭੇ ਹੋਣ ਪੂਰੀਆਂ। ਸ਼ਰਧਾ ਧਾਰ ਕੇ ਇੱਛਾ, ਸਾਰੀਆਂ ਇੱਛਾ ਪੂਰੀਆਂ ਹੁੰਦੀਆਂ ਨੇ, ਸਾਰੀਆਂ ਹੀ। ਜੋ ਵੀ ਮੰਗ ਹੋਵੇ, ਪਰ ਵਿਸ਼ਵਾਸ ਹੋਵੇ, ਸ਼ਰਧਾ ਹੋਵੇ, ਅੰਦਰ ਟਿਕਿਆ ਹੋਵੇ ਮਨ, ਭਰੋਸਾ ਹੋਵੇ ਗੁਰੂ ਦੇ ਉੱਤੇ, ਤੇ ਫਿਰ ਸਾਰੀਆਂ ਇੱਛਾ ਹੀ ਪੂਰੀਆਂ ਕਰ ਦਿੰਦੇ ਨੇ, ਸਮਰੱਥ ਨੇ। ਸਾਡੀਆਂ ਤਾਂ ਮੰਗਾਂ ਹੀ ਕੁਛ ਨਹੀਂ ਹੁੰਦੀਆਂ। ਆਪਾਂ ਨੂੰ ਲੱਗਦਾ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ ਕਹਿੰਦੇ ਹੁੰਦੇ, ਕਹਿੰਦੇ ਇਹ ਲੋਕਾਂ ਨੂੰ ਨਾ ਪਤਾ ਨਹੀਂ ਹੈਗਾ ਇਹਨਾਂ ਦੇ ਅੰਦਰ ਕਿੱਡੀ ਸ਼ਕਤੀ ਪਈ ਹੈ। ਜਿਹਨਾਂ ਨੂੰ ਇੰਨਾ ਪਤਾ ਹੋਵੇ ਵੀ ਮੈਂ ਮਨੁੱਖ ਹਾਂ ਨਾ, ਮਨੁੱਖ, ਫਿਰ ਵੀ ਇਹ ਬਹੁਤ ਕੁਝ ਸਿੱਖ ਜੇ ਤਾਂ ਇੰਨਾ ਵੀ ਮੰਨਦਾ ਨਹੀਂ ਆਪਣੇ ਆਪ ਨੂੰ। ਇਹਦਾ ਦੇਵੀ ਦੇਵਤੇ ਹੀ ਆਪ ਤੋਂ ਵੱਡੇ ਸਮਝੀ ਜਾਂਦਾ, ਉਹਨਾਂ ਅੱਗੇ ਸੁੱਖਾਂ ਸੁੱਖੀ ਜਾਊਗਾ, ਉਹਨਾਂ ਅੱਗੇ, ਕਿਉਂਕਿ ਇਹਨੂੰ ਆਪ ਦਾ ਪਤਾ ਨਹੀਂ ਮੈਂ ਕੀ ਉਹਦੇ ਤੇ ਆ। ਜਿਹੜੀ ਦੇਹੀ ਇਹਨੂੰ ਤਾਂ ਦੇਵਤੇ ਵੀ ਤਰਸਦੇ ਐ, ਪਰ ਅਸੀਂ ਉਹ ਕੰਮ ਹੀ ਨਹੀਂ ਲੈਣਾ ਦੇਹੀ ਤੋਂ। ਹੁਣ ਜਿਹਨੇ ਸ਼ਰਾਬਾਂ ਹੀ ਪੀ ਜਾਣੀਆਂ, ਉਹਨੂੰ ਕੀ ਪਤਾ ਮਨੁੱਖ ਦੇ ਕੀ ਹੁੰਦਾ, ਤਾਂ ਕੁੱਤਿਆਂ ਗਧਿਆਂ ਤੋਂ ਵੀ ਭੈੜਾ। ਜਿਹਨੇ ਸ਼ਰਾਬਾਂ ਹੀ ਆ ਦੇਖਿਆ ਨਾ, ਲਾਕਡਾਊਨ ਦੇ ਵਿੱਚ ਇੱਕ ਦਿਨ ਖੋਲੀ ਸੀਗੀ, ਕਹਿੰਦੇ 4-5 ਹਜ਼ਾਰ ਕਰੋੜ ਦੀ ਇੱਕ ਦਿਨ ਚ ਹੀ ਵੇਚੀ। ਇਹ ਹੁਣ ਮਨੁੱਖਾਂ ਦਾ ਕੰਮ ਹੈ, ਰਾਖਸ਼ਾਂ ਦਾ ਕੰਮ ਹੈ। ਰਾਖਸ਼ ਬਿਰਤੀ, ਇਹਨੂੰ ਪਤਾ ਨਹੀਂ। ਮਨੁੱਖ ਬਣਿਆ ਤੇ ਮਹਾਰਾਜ ਕਹਿੰਦੇ ਬੰਦਾ ਸੋਝ ਬੰਦਗੀ ਕਰ। ਜੇ ਬੰਦਾ ਬਣਿਆ ਤੇ ਬੰਦਗੀ ਕਰ, ਫਿਰ ਤਾਂ ਤੂੰ ਉਤਮ ਹੈ। ਤੇ ਜੇ ਬੰਦਗੀ ਨਹੀਂ ਕੋਲੇ, ਤੇ ਫਿਰ ਤਾਂ ਤੇਰੇ ਨਾਲੋਂ ਪਸ਼ੂ ਚੰਗੇ ਆ। ਪਸ਼ੂ ਵੀ ਤੇਰੇ ਨਾਲੋਂ ਚੰਗੇ ਆ। ਇਹ ਫਿਰ ਪਸ਼ੂਆਂ ਤੋਂ ਵੀ ਅੱਗੇ ਲੱਗ ਜਾਂਦਾ। ਤੋ ਇਸ ਕਰਕੇ ਆਓ ਵਿਚਾਰ ਕਰਦੇ ਸੀ, ਇੱਛਾ ਸਾਰੀਆਂ ਪੂਰੀਆਂ ਹੁੰਦੀਆਂ ਨੇ, ਅੰਦਰ ਭਾਵਨਾ ਹੋਵੇ, ਸ਼ਰਧਾ ਹੋਵੇ, ਯਕੀਨ ਹੋਵੇ, ਵਿਸ਼ਵਾਸ ਹੋਵੇ। ਮਹਾਂਪੁਰਖਾਂ ਦੇ ਕੋਲ ਸੇਵਾ ਕੀਤੀ ਹੈ ਕਈਆਂ ਨੇ, ਬੜੇ ਪਦਾਰਥ ਪਾਏ ਨੇ। ਇੱਥੇ ਆਪਣੇ ਵੀ ਬਹੁਤ ਦੇਖੇ ਨੇ, ਜਿਨ੍ਹਾਂ ਨੇ ਸੇਵਾ ਕਰਕੇ ਬਚਨ ਕਮਾ ਲਿਆ, ਉਹਨਾਂ ਨੇ ਜੋ ਮੰਗਿਆ ਸੋ ਪਾ ਲਿਆ। ਜੋ ਉਹਨਾਂ ਦੀ ਅੰਦਰਲੀ ਭਾਵਨਾ ਸੀ ਨਾ, ਉਹ ਪੂਰੀ ਕਰ ਦਿੱਤੀ। ਇੱਥੇ ਬਹੁਤ ਦੇਖੇ, ਰੋਗ ਟੁੱਟਦੇ ਦੇਖੇ ਨੇ, ਦੁੱਖ ਟੁੱਟਦੇ ਦੇਖੇ ਨੇ। ਜੇ ਕੁਛ ਮੰਗਦਾ ਉਹਦੀਆਂ ਉਹ ਕਾਰਜ ਰਾਸ ਹੁੰਦੇ ਨੇ, ਬਿਲਕੁਲ ਨਾ ਹੋਣ ਵਾਲੇ ਵੀ ਹੋ ਜਾਂਦੇ ਨੇ। ਤੋ ਇਸੇ ਕਰਕੇ ਅਸੀਂ ਕਿਸੇ ਨੇ ਸ਼ਰਤਾਂ ਨਹੀਂ ਲਾਉਣੀਆਂ ਇੱਥੇ ਮਨਮੁਖ ਬੰਦਿਆਂ ਨਾਲ। ਕਈ ਕਹਿਣਗੇ ਐਂ ਕਰਕੇ ਦਿਖਾਓ ਜੀ, ਕਈ ਕਹਿੰਦੇ ਨਾ ਆ ਗੁਰੂ ਸਾਹਿਬ ਰੋਗ ਤੋੜ ਦਿੰਦੇ ਆ ਫਲਾਨਾ ਹਟਾ ਦੇਣ, ਸੰਤ ਹਟਾ ਦੇਣ ਜੀ ਕਰੋਨਾ। ਕੋਈ ਸੰਤਾਂ ਨੇ ਠੇਕਾ ਲਿਆ ਕਰੋਨਾ ਹਟਾਉਣ ਦਾ। ਪਾਪ ਤੁਸੀਂ ਕਰੋ ਤੇ ਕਰਨ ਸੰਤ।
ਆ ਫਲਾਨਾ ਇਦਾਂ ਹੋ ਗਿਆ, ਵੀ ਹੁੰਦਾ ਹੋ ਜੇ। ਜਿਹਦੀ ਸ਼ਰਧਾ ਹੋਊਗੀ ਤੇ ਗੁਰੂ ਦਾ ਘਰ ਖੁੱਲ੍ਹਾ, ਰੋਕ ਕਿਹਨੂੰ ਇੱਥੇ? ਉਹ ਲਿਆਓ ਸ਼ਰਧਾ। ਕਰਨੀਆਂ ਤਾਂ ਚੁਗਲੀਆਂ ਇਤਿਹਾਸ ਤੇ ਵੀ, ਬਾਣੀ ਤੇ ਵੀ, ਗੁਰੂਆਂ ਦੇ ਨੇੜ ਦੀ ਨਹੀਂ ਲੰਘਣਾ। ਅਸੀਂ ਤਾਂ ਸਾਰਾ ਕੁਝ ਹੀ ਆਪਦਾ ਕਲਗੀਧਰ ਮਹਾਰਾਜ ਨੇ ਸਾਨੂੰ ਕੀ ਨਹੀਂ ਦਿੱਤਾ, ਅਸੀਂ ਉਹ ਚਲਾ ਕੇ ਮਾਰਿਆ ਸਾਰਾ ਕੁਝ ਕਈਆਂ ਨੇ। ਨਾ ਕੋਈ ਸਿੱਖੀ, ਨਾ ਕੋਈ ਨਿਤਨੇਮ, ਨਾ ਕੋਈ ਉਹ ਚਾਲੀ, ਨਾ ਕੋਈ ਉਹ ਗੱਲਬਾਤ ਹੀ ਨਹੀਂ। ਆ ਦੇਖੋ ਤਾਂ ਸਹੀ ਸਾਡੀ ਨੌਜਵਾਨ ਪੀੜ੍ਹੀ ਦਾ ਹਾਲ ਕੀ ਹੋਇਆ ਹੋਇਆ। ਫਿਰ ਪੁੱਛਦਾ ਵੀ ਕੌਣ ਹੈ? ਫਿਰ ਕੋਈ ਨਹੀਂ ਪੁੱਛਦਾ। ਹਾਲੇ ਚਾਰ ਮਾਰੋ ਡੰਡੇ ਇਕੱਠੇ ਹੁੰਦੇ ਤਾਂ ਭਜਾ ਦਿਓ ਇਹਨਾਂ ਨੂੰ, ਖਾਈ ਜਾਂਦੀ ਆ ਕੁੱਟ। ਤੋ ਇਸ ਕਰਕੇ ਜਦੋਂ ਅਸੀਂ ਸਿੱਖੀ ਛੱਡ ਕੇ ਕੇਸ ਸਾਨੂੰ ਭੈੜੇ ਲੱਗਣ ਲੱਗ ਗਏ, ਮਰਜ਼ਾਦਾ ਸਾਨੂੰ ਭੈੜੀ ਲੱਗਣ ਲੱਗ ਗਈ, ਬਾਣੀ ਦੇ ਅਸੀਂ ਨੇੜੇ ਦੇ ਨਹੀਂ ਲੰਘਣ ਵਾਲੇ, ਪਾਉਣੇ ਤਾਂ ਢੋਲ ਤੇ ਭੰਗੜੇ ਗਾਉਣ ਵਾਲਿਆਂ ਦੇ ਤੇ ਗੁਰੂ ਕੀ ਕਰੇ ਤੁਹਾਨੂੰ ਵੀ? ਫਿਰ ਬਹੁਤ ਤੜਕੇ ਉੱਠ ਕੇ ਸਮਾਧੀ ਲਾਉਣਾ, ਨਾਮ ਜਪਦਾ, ਕੋਈ ਇਸ਼ਨਾਨ ਮੂੰਹ ਧੋਣ ਨੂੰ ਵੀ ਤਿਆਰ ਨਹੀਂ। ਮਹਾਰਾਜ ਨੇ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਕਰੇ ਗੁਰੂ ਘਰ ਦੀ ਸੇਵਾ, ਮਨ ਵਿੱਚ ਇੱਛਾ ਹੋਵੇ ਸੇਵਾ ਕਰਨ ਦੀ, ਪ੍ਰੀਤ ਹੋਵੇ ਗੁਰੂ ਨਾਲ, ਤੇ ਕਾਰਜ ਨਾ ਹੋਣ। ਕਿਵੇਂ ਨਾ? ਹੋਰ ਕੀ ਦੇ ਕਾਰਜ ਗੁਰੂ ਕਰੇਗਾ? ਆਪਦੇ ਸੇਵਕ ਨੂੰ ਛੱਡ ਕੇ ਕੀ ਉਹਦੇ ਕਾਰਜ ਨਹੀਂ ਕਰੇਗਾ? ਆਪਣੇ ਸੇਵਕ ਕੀ ਆਪੇ ਰਾਖਾ ਆਪੇ, ਨਾਮ ਜਪਾਏਗਾ, ਸਾਰਾ ਕੁਝ ਕਰੇਗਾ ਜੇ ਗੁਰੂ ਵੱਲ ਆਵੇਗਾ। ਜੇ ਮੂੰਹ ਦੂਜੇ ਪਾਸੇ ਕਰਕੇ ਤੇ ਕੱਲਾ ਨੁਕਤਾਚੀਨੀ ਹੀ ਕਰਦਾ ਤੇ ਕਰੀ ਜਾਵੇ, ਕਰਕੇ ਵੀ ਕੀ ਲੈ ਲੂਗਾ? ਵੱਡੇ ਵੱਡੇ ਕਾਰਜ ਰਾਸ ਹੋਏ ਨੇ। ਜਦ ਅਸੀਂ ਦੇਖਦੇ ਹਾਂ, ਪੜ੍ਹਦੇ ਹਾਂ ਇਤਿਹਾਸ, ਬਾਬਾ ਆਨੰਦ ਸਿੰਘ ਜੀ ਪਰਮਾਤਮਾ ਦੇ ਨਾਲ ਇੱਕਮਿਕ ਮਹਾਂਪੁਰਖ, ਹਰ ਹਰ ਜਨ ਦੁਈ ਏਕ ਹੈ, ਵਿਭ ਵਿਚਾਰ ਕਿਛ ਨਾਹੀਂ। ਕਬੀਰ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਉਹ ਇੱਕ ਨੇ, ਨਾ ਆਪਦੀ ਜ਼ੁਬਾਨ ਇਹਨੂੰ ਇਹ ਪਾਪ ਤੋਂ ਚੱਕੇ ਨਹੀਂ ਜਾਣੇਗੇ ਜਿਹੜੇ ਜੀਵ ਨੇ ਤੇਰੇ ਸਿਰ ਤੇ ਧਰ ਦੇਣੇ ਆ। ਰੋਕਿਆ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਨੇ ਕਹਿ ਲੋ, ਗੁਰੂ ਨੇ ਰੋਕ ਦਿੱਤਾ ਵੀ ਓਏ ਨਾਮ ਜਪਣ ਵਾਲਿਆਂ ਦੀ ਨਿੰਦਿਆ ਨਾ ਕਰ ਬੈਠੀ ਕਿਤੇ। ਸਾਧਕਾ ਨਿੰਦਕ ਕੈਸੇ ਤਰੈ, ਸਰ ਪਰ ਜਾਨੋ ਉਹ ਨਰਕ ਹੀ ਪਰ। ਡਿੱਗ ਪੈਂਗਾ ਨਰਕਾਂ 'ਚ, ਕਿਸੇ ਨੇ ਨਹੀਂ ਕੱਢਣਾ। ਆ ਨਾਲ ਨੂਲ ਦੇ ਤਾਂ ਇੱਥੇ ਹੀ ਦਿਖਦੇ ਆ ਤੈਨੂੰ, ਇਹ ਸਭ ਖਿੰਡ ਜਾਣਗੇ, ਇਕੱਲੇ ਇਕੱਲੇ ਆਏ ਆ, ਕਿਸੇ ਨੇ ਸਾਥ ਨਹੀਂ ਦੇਣਾ ਇਹਨਾਂ 'ਚ। ਹੁਣ ਹੀ ਚਾਰ ਬੰਦੇ ਡਾਂਗਾ ਜਿਹਾ ਚੱਕ ਕੇ ਖੜਦੇ ਆ, ਜਦੋਂ ਮੌਤ ਆ ਗਈ ਇਕੱਲੇ ਇਕੱਲੇ ਨੂੰ ਲੈ ਜਾਂਦੀ ਚੱਕ ਕੇ, ਕੋਈ ਨਹੀਂ ਥਾਉਂਦਾ ਹੁੰਦਾ। ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਸਭ ਸੰਗੀ ਸਾਥੀ ਛੱਡ ਕੇ ਭੱਜ ਜਾਂਦੇ ਆ, ਕਿਸੇ ਨੇ ਸਾਥ ਨਹੀਂ ਨਿਭਣਾ। ਕੱਲਾ ਆਇਆ, ਕੱਲੇ ਨੂੰ ਨਿਬੇੜਨੀ ਪੈਣੀ ਹੈ, ਦੇਖ ਕੇ ਚੱਕ ਕਦਮ ਹੋਣਾ। ਕਿਸੇ ਘਰ ਦਾ ਜੀ ਨਹੀਂ ਨਾਲ ਜਾਂਦਾ। ਕੋਈ ਹੋਰ ਬਥੇਰੇ ਇੱਥੇ ਹੁੰਦੇ ਨੇ ਵੀ ਤੇਰੇ ਨਾਲ ਹੀ ਖੜੇ ਆ, ਉਹ ਗੱਲਾਂ ਹੀ ਹੁੰਦੀਆਂ ਨੇ, ਕੋਈ ਨਹੀਂ ਖੜਦਾ ਖੁੜਦਾ। ਜੇ ਸਰੀਰ ਚੋਂ ਨਿਕਲ ਕੇ ਤੁਰ ਪਿਆ ਤੇਰੇ ਨਾਲ ਦਾ, ਤੁਰ ਪੂ ਤੇਰੇ ਨਾਲ। ਸਾਜਨ ਚੱਲੇ ਪਿਆਰਿਆ ਤੂੰ ਮੇਲਾ ਹੋਈ। ਜੇ ਨਾਲ ਦਾ ਸੱਜਣ ਨਿਕਲ ਕੇ ਤੁਰ ਜੇ ਨਾ ਤੇ ਮਗਰੇ ਖਾ ਕੇ ਵੀ ਕੁਛ ਮਰ ਜੇ ਤਾਂ ਵੀ ਮੇਲਾ ਨਹੀਂ ਹੁੰਦਾ। ਰਾਹ ਵੱਖਰੇ ਵੱਖਰੇ ਨੇ। ਭੁਲੇਖਾ ਹੋਵੇ ਵੀ ਕਿਤੇ ਇਹ ਪੰਛੀ ਨਹੀਂ ਵੀ ਮਗਰੀ ਉੱਡ ਗਏ, ਉੱਥੇ ਜਾ ਕੇ ਰਲ ਜਾਏਗਾ ਤਾਂ। ਸੋ ਵਿਚਾਰ ਕਰਦੇ ਸੀਗੇ ਆਪਾਂ, ਬਾਬਾ ਆਨੰਦ ਸਿੰਘ ਜੀ ਇੱਕਮਿਕ ਮਹਾਂਪੁਰਖ ਪਰਮਾਤਮਾ ਦੇ ਨਾਲ ਜੋ ਰਸਨਾ ਤੋਂ ਬਚਨ ਕਰਤਾ, ਬਸ ਉਹ ਕਹਿਤਾ ਜਿਹੜਾ ਉਹ ਪਾਰ ਹੈ, ਕਿਉਂਕਿ ਪਾਰ ਬ੍ਰਹਮ ਨਾਲ ਜੁੜੇ ਹੋਏ ਨੇ। ਉਹਨਾਂ ਦੀ ਵੈਸੇ ਤਾਂ ਮਹਾਰਾਜ ਕਹਿੰਦੇ ਆ ਮੰਨੇ ਕੀ ਗਤ ਕਹੀ ਨਾ ਜਾਏ। ਉਹਨਾਂ ਦੀ ਗਤੀ ਨੂੰ ਕੋਈ ਦੁਨੀਆ ਦਾ ਬੰਦਾ, ਕੋਈ ਵਿਦਵਾਨ, ਕੋਈ ਵੀ ਗਤੀ ਨੂੰ ਜਾਣ ਨਹੀਂ ਸਕਦਾ ਵੀ ਉਹ ਕਿੱਥੇ ਚਲੇ ਗਏ, ਕਿਹੜੀ ਪਾਵਰ ਨਾਲ ਜੁੜ ਗਏ। ਕੋਈ ਵੀ ਬੰਦਾ ਅੰਦਾਜ਼ਾ ਵੀ ਨਹੀਂ ਲਾ ਸਕਦਾ, ਕਿਉਂਕਿ ਸਾਡੇ ਤੇ ਪਰਦਾ ਪਾਇਆ ਹੋਇਆ। ਅਸੀਂ ਤਾਂ ਆ ਦੁਨੀਆ ਦੀਆਂ ਗੱਲਾਂ ਕਰ ਸਕਦੇ ਆ, ਇੱਧਰ ਜਾਣ ਸਕਦੇ, ਉਹਨਾਂ ਨੂੰ ਨਹੀਂ ਜਾਣ ਸਕਦੇ। ਉਧਰ ਤਾਂ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਦੂਸਰਾ ਜਾਣ ਹੀ ਨਹੀਂ ਸਕਦਾ। ਸਾਡਾ ਜਿਹੜਾ ਇਤਿਹਾਸ ਹੈ ਨਾ, ਅੱਜ ਲੋਕਾਂ ਤੋਂ ਤੁਸੀਂ ਸੁਣ ਲਓ, ਆ ਜਿਹੜੇ ਕਰਨ ਵਾਲੇ ਆ ਆਪਣੇ ਆਪਣੇ ਅੰਦਾਜ਼ਿਆਂ ਨਾਲ, ਵਿਦਵਾਨ ਲੋਕ ਜਿਹੜਾ ਜ਼ਿਆਦਾ ਪੜ੍ਹਿਆ ਹੋਵੇ ਅਸੀਂ ਉਹਨੂੰ ਬੜਾ ਸਿਆਣਾ ਸਮਝਦੇ ਆ ਜ਼ਿਆਦੇ। ਆ ਜੀ ਬਾਬਾ ਦੀਪ ਸਿੰਘ ਨੇ ਤੜੀ ਤੇ ਸਿਰ ਨਹੀਂ ਰੱਖਿਆ, ਆ ਜੀ ਐ ਨਹੀਂ ਹੋਇਆ, ਆ ਜੀ ਐ ਕਿਵੇਂ ਹੋ ਗਿਆ। ਉਹੇ ਜੇ ਮਗਰ ਲਾਏ ਨੇ ਜਿਹੜੀ ਜੁੜੀ ਨਹੀਂ ਉਹ ਬਦਲ ਜੂਗੀ ਨਾਲ ਦੀ ਨਾਲ।
700 ਦੇ ਵਿੱਚੋਂ ਇੱਕ ਦਾ ਵੀ ਤੁਹਾਨੂੰ ਜ਼ਿਕਰ ਨਹੀਂ ਮਿਲਦਾ ਵੀ ਇੱਕ ਨੇ ਤਾਂ ਕਿਹਾ ਹੋਵੇ ਨਾ ਜੀ ਮੇਰੇ ਜਵਾਕ ਨੂੰ ਨਾ ਮਾਰੋ ਜੀ, ਤੁਸੀਂ ਜਿਵੇਂ ਕਹੋਗੇ ਉਵੇਂ ਹੀ ਕਰ ਲਾਂਗੇ ਜੀ। ਇਧਰ ਘਰ ਵੀ ਫੂਕੇ ਪਏ ਐ ਤੇ ਘਰਾਂ ਦੇ ਬੰਦੇ ਪਤਾ ਨਹੀਂ ਜਿਉਂਦੇ ਆ ਖਨੀ ਨਹੀਂ ਹਨ। ਉਹ ਘਰੋਂ ਗਿਆ ਨੂੰ ਕਾਫੀ ਟਾਈਮ ਹੋ ਗਿਆ ਬਾਹਰ ਰਹਿੰਦਿਆਂ ਨੂੰ, ਤੇ ਜਵਾਕ ਸੀ ਜਿਹੜੇ ਉਹ ਮਾਰ ਦਿੱਤੇ। ਤੇ ਦੂਜੇ ਪਾਸੇ ਲਾਲਚ ਦਿੰਦੇ ਹੋਣ ਕਿ ਤੁਹਾਨੂੰ ਹਵੇਲੀਆਂ ਦੇ ਵਿੱਚ ਵਿਆਹ ਦਿੰਨੇ ਆ, ਵੱਡੇ ਵੱਡੇ ਖਾਨਾਂ ਦੇ, ਵੱਡੇ ਵੱਡੇ ਅਮੀਰ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਬੇਗਮਾਂ ਬਣ ਜਾਓ। ਹੁਣ ਤੁਹਾਡਾ ਕੁਛ ਨਹੀਂ ਰਿਹਾ, ਹੁਣ ਬਿਲਕੁਲ ਤੁਸੀਂ ਕੱਲੀਆਂ ਕੀ ਕਰੋਗੀਆਂ ਜਿਉਂ ਕੇ ਵੀ। ਪਰ 700 ਦੇ ਵਿੱਚੋਂ ਇੱਕ ਦਾ ਵੀ ਜ਼ਿਕਰ ਨਹੀਂ ਮਿਲਦਾ। ਕਿਸੇ ਨੇ ਤਾਂ ਕੋਈ ਤਾਂ ਢੈਂਦੀ ਕਲਾ ਵੱਲ ਗਈ ਹੋਵੇ ਸਾਰੀਆਂ ਚੋਂ, ਤੇ ਅਸੀਂ ਉਹਨਾਂ ਨਾਲ ਕਿਵੇਂ, ਅਸੀਂ ਉਸ ਮਾਰਗ ਤੇ ਚੱਲਣਾ ਹੈ, ਅਸੀਂ ਉਹਨਾਂ ਵਰਗੇ ਬਣਨਾ। ਸਾਡੇ ਮੂਹਰੇ ਉਹਨਾਂ ਨੇ ਪੂਰਨੇ ਪਾਏ ਐ, ਸਾਡੇ ਤਾਂ ਇੱਕ ਦਿਨ ਮੱਝ ਨਾ ਮਿਲੇ ਅਸੀਂ 4 ਥਾਵਾਂ ਤੇ ਜਾਏ ਉਹਨੇ ਕਿ ਸਾਨੂੰ ਤਾਂ ਕਿਹਾ ਸਾਡੀ ਤਾਂ ਮੱਝ ਹੀ ਛਾਲ ਮਾਰ ਗਈ। ਬਾਬਾ ਤੂੰ ਪੁੱਛ ਕੱਢੀ, ਉਹ ਕਹਿੰਦਾ ਇਹਨੂੰ ਨਹੀਂ ਪਤਾ, ਦੂਜਾ ਬਹੁਤੇ ਦੀਵੇ ਲਾ ਕੇ ਰੱਖਦਾ, ਇੱਧਰ ਨੂੰ ਚੱਲੋ। 36 ਥਾਂ ਦੇ ਉੱਤੇ ਗੇੜਾ ਖਾਇਆ ਹੁੰਦਾ ਇਹ ਜਾ ਕੇ। ਗੱਲ ਅੰਦਰੋਂ ਹਿੱਲਣ ਦੀ, ਅੰਦਰੋਂ ਹਿੱਲ ਗਿਆ, ਉਹ ਅੰਦਰੋਂ ਨਹੀਂ ਹਿੱਲੀਆਂ, ਅੰਦਰੋਂ ਜੁੜੀਆਂ ਹੋਈਆਂ, ਅੰਦਰੋਂ ਜੁੜਨਾ। ਜਿਹੜੇ ਜੁੜੇ ਹੁੰਦੇ ਨੇ ਮਹਾਰਾਜ ਕਹਿੰਦੇ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਹੈ। ਜਿਹੜਾ ਗੁਰਸਿੱਖੀ ਨਾਲ ਜੁੜ ਗਿਆ ਨਾ ਧੁਰੋਂ ਅੰਦਰੋਂ ਦਿਲੋਂ, ਤੁਸੀਂ ਭਾਵੇਂ ਹੀਰੇ ਮੋਤੀ ਵਿਛਾ ਦਿਓ, ਉਹਦਾ ਮਾਰਗ ਨਹੀਂ ਛੱਡੇਗਾ, ਮਾਰਗ ਨਹੀਂ ਛੱਡੇਗਾ। ਇਹ ਨਹੀਂ ਤੁਸੀਂ ਕਹਿ ਸਕਦੇ ਵੀ ਆ ਇੱਕ ਹੋਰ ਨਵਾਂ ਜੰਮ ਪਿਆ ਇੱਧਰ ਆ ਜਾਓ, ਉਹੀ ਤਾਰੀ ਜਾਂਦਾ ਬਾਹੋਂ ਫੜ ਕੇ, ਉਹ ਝਾਕਦਾ ਵੀ ਨਹੀਂ ਉਧਰ। ਤੁਸੀਂ ਲੱਖਾਂ ਸਾਰੀ ਦੁਨੀਆ ਉਲਟ ਜੇ ਭੱਜ ਲੈ, ਇਕੱਠ ਹੋ ਜਾਣਗੇ ਲੱਖਾਂ ਦੇ, ਉਹ ਨਹੀਂ ਹਿੱਲੇਗਾ, ਉਹ ਨਹੀਂ ਹਿੱਲੇਗਾ। ਉਹਨੂੰ ਪਤਾ ਇਸ ਗੱਲ, ਉਹ ਹਿੱਲੇਗਾ ਨਹੀਂ। ਬਸ ਗੁਰਮੁਖ ਨਿਹਚਲ ਚਿੱਤ ਨਾ ਹਿੱਲੇ ਹਿੱਲਿਆ। ਪੜਦੇ ਆ ਨਾ ਆਪਾਂ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਗੁਰਮੁਖ ਨਿਹਚਲ ਚਿੱਤ ਨਾ ਹੱਲੇ ਹੱਲਿਆ। ਇਹੋ ਜਿਹਾ ਨਿਹਚਲ ਚਿੱਤ ਅਸਥਿਰ ਮਤ ਨਾਲ ਜੁੜਿਆ, ਉਹ ਕਦੇ ਵੀ ਉੱਥੋਂ ਹਿਲਦਾ ਨਹੀਂ। ਪਾਏ ਗਏ ਜਬ ਤੇ ਤੁਮਰੇ ਤਬ ਤੇ ਉਹ ਆਂਖ ਤੇਰੀ ਨਹੀਂ ਆਨਿਓ, ਉਹ ਕਿਸੇ ਨੂੰ ਅੱਖ ਥੱਲੇ ਵੀ ਨਹੀਂ ਹੋਰ ਲਿਆਉਂਦਾ। ਚਾਹੇ ਤੁਸੀਂ ਲੱਖਾਂ ਗੱਲਾਂ ਕਰੀ ਜਾਓ, ਲੱਖਾਂ ਪ੍ਰਚਾਰ ਕਰ ਦਿਓ ਵੀ ਇੱਥੇ ਤਾਂ ਏਦਾਂ ਹੁੰਦਾ, ਆਹ ਹੁੰਦਾ, ਜਾਣ ਸਾਰਾ ਹੁੰਦਾ, ਉਹ ਝਾਕਦਾ ਵੀ ਨਹੀਂ ਹੁੰਦਾ। ਉਹ ਤਾਂ ਜਾਊਗਾ ਜਿੱਥੇ ਮੇਰੇ ਗੁਰੂ ਦੀ ਗੱਲ ਹੋਵੇ, ਉਹ ਉਹਦਾ ਤੀਰਥ। ਜਿੱਥੇ ਗੁਰੂ ਦੀ ਗੱਲ ਹੋਵੇ ਉਹ ਸਿੱਖ ਦਾ ਤੀਰਥ ਹੈ। ਤੀਰਥ ਨਾਵਣ ਜਾਓ ਤੀਰਥ, ਉੱਥੇ ਨਾਮ ਦੀ ਗੱਲ ਹੁੰਦੀ ਹੈ, ਉਹਦਾ ਤੀਰਥ ਹੈ ਸਿੱਖ ਦਾ। ਆ ਸਤਸੰਗ ਤੀਰਥ, ਜਿੱਥੇ ਗੁਰੂ ਦੀ ਗੱਲ ਹੋਵੇ, ਗੁਰੂ ਦੇ ਵਿੱਚ ਪਰਪੱਕ ਕੀਤਾ ਜਾਂਦਾ ਹੋਵੇ। ਸੋ ਆਓ ਵਿਚਾਰ ਕਰਦੇ ਸੀ, ਇਹ ਮਿਸਾਲਾਂ ਨੇ। 760 ਸਾਥੀ ਬਾਬਾ ਬੰਦਾ ਸਿੰਘ ਬਹਾਦਰ ਦੇ ਫੜੇ ਗਏ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ। 760 ਸਿੱਖਾਂ ਨੂੰ ਰੋਜ਼ 100 ਜਾਣੇ ਦਾ ਉਹ ਕਤਲ ਕਰਦੇ ਸੀ, ਸ਼ਹੀਦ ਹੁੰਦੇ ਸੀ। ਤੇ ਕਮਾਲ ਦੀ ਗੱਲ ਹੈ, ਸਾਰਿਆਂ ਤੱਕ ਇੱਕ ਵੀ ਐਸਾ ਤੁਸੀਂ ਇਤਿਹਾਸ ਫਰੋਲ ਲਓ, ਇੱਕ ਵੀ ਤੁਹਾਨੂੰ ਐਸਾ ਨਹੀਂ ਲੱਭੂਗਾ ਜਿਹੜਾ ਕਹਿੰਦਾ ਹੋਵੇ ਮੇਰੀ ਜਾਨ ਹੀ ਬਖਸ਼ ਦਿਓ, ਮੈਨੂੰ ਤਾਂ ਛੱਡ ਦਿਓ, ਮੈਨੂੰ ਤਾਂ ਛੱਡ ਦਿਓ। ਇੱਕ ਵੀ ਨਹੀਂ ਲੱਭੇ। ਸਾਰਿਆਂ ਨੇ ਨਾਲੇ ਸਾਹਮਣੇ ਲੈਣ ਲੱਗੀ ਹੁੰਦੀ ਤੇ ਇੱਕ ਦੂਜੇ ਤੋਂ ਮੂਹਰੇ ਹੋ ਕੇ ਸਿਰ ਕਟਾਏ ਆ। ਪਹਿਲਾਂ ਮਰਨ ਕਬੂਲ ਜੀਵਨ ਕੀ, ਇਹ ਅਭਿਆਸ ਕੀਤਾ ਹੈ, ਇਹਨੂੰ ਪੜਿਆ ਹੋਇਆ, ਇਹਨੂੰ ਪਕਾਇਆ ਹੋਇਆ। ਸੋ ਆਓ ਵਿਚਾਰ ਕਰਦੇ ਸੀ, ਇਹ ਜਿਹੜਾ ਮਰਜ਼ੀ ਵੜਿਆਂ ਦਾ ਇਤਿਹਾਸ ਹੈ, ਇੱਥੇ ਨਹੀਂ ਆਪਾਂ ਕਹਿ ਸਕਦੇ ਆਪਦੀ ਮਰਜ਼ੀ ਨਾਲ ਕਿ ਤਲੀ ਤੇ ਸਿਰ ਕਿਵੇਂ ਰੱਖਿਆ ਜਾਊਗਾ। ਆ ਵੀ ਤੂੰ ਨਹੀਂ ਰੱਖ ਸਕਦਾ ਤੇ ਸਾਰੇ ਨਹੀਂ ਰੱਖ ਸਕਦੇ। ਜਿਹੜਾ ਉੱਥੇ ਪਹੁੰਚ ਗਿਆ ਉਹ ਕੁਝ ਵੀ ਕਰ ਸਕਦਾ ਹੈ, ਸਿਰ ਦੀ ਤਾਂ ਕੀ ਗੱਲ ਹੈ, ਉਹ ਕੁਝ ਵੀ ਕਰ ਸਕਦਾ ਹੈ।